ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਮਾਂ ਦੇ ਗਰਭ ਵਿੱਚ ਆਪਾਂ ਸਾਰੇ ਕਰੀਬਨ 9 ਮਹੀਨੇ ਪੁੱਠੇ ਲਟਕਦੇ ਰਹੇ। ਬਾਬਾ ਫਰੀਦ ਸਾਹਿਬ ਜੀ ਆਸਾ ਰਾਗ ਵਿੱਚ ਕਿਰਪਾ ਕਰਦੇ ਨੇ, ਗੜ੍ਹੇਂਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ। ਇਸ ਸਰੀਰ ਦੇ ਵਿੱਚ ਜਿੰਨੇ ਵੀ ਇਹ ਜੋੜ ਨੇ ਇਹਨਾਂ ਨੂੰ ਗੱਠਾਂ ਕਿਹਾ ਹੈ। ਜਿਵੇਂ ਬੀਬੀਆਂ ਸਵੈਟਰ ਬੁਣਦੀਆਂ ਨੇ, ਕੀ ਹੁੰਦੀਆਂ ਉਹ ਗੱਠਾਂ ਹੁੰਦੀਆਂ ਨੇ, ਜੋੜ ਜੋੜ ਕੇ ਸਵੈਟਰ ਬਣ ਜਾਂਦਾ। ਇਸੇ ਤਰ੍ਹਾਂ ਇਹ ਸਾਰੇ ਸਰੀਰ ਦੇ ਜੋੜ ਗੱਠਾਂ ਨੂੰ ਤਿਆਰ ਹੋਣ ਵਿੱਚ 6 ਮਹੀਨੇ ਦਾ ਸਮਾਂ ਲੱਗਦਾ ਹੈ। ਜੋ ਅੱਜ ਸਾਇੰਸ ਖੋਜ ਕਰ ਰਹੀ ਹੈ ਮਸ਼ੀਨਾਂ ਸਕੈਨਾਂ ਦੁਆਰਾ, ਬਾਬਾ ਫਰੀਦ ਸਾਹਿਬ ਜੀ ਨੇ ਉਸ ਵੇਲੇ ਬ੍ਰਹਮ ਗਿਆਨ ਦੇ ਦੁਆਰਾ ਇਹ ਖੋਜ ਕਰਕੇ ਸਾਨੂੰ ਦੱਸਿਆ ਕਿ ਗੜ੍ਹੇਂਦਿਆਂ 6 ਮਾਹ ਸਰੀਰ ਨੂੰ ਤਿਆਰ ਹੋਣ ਲੱਗਿਆਂ 6 ਮਹੀਨੇ ਦਾ ਸਮਾਂ ਲੱਗਿਆ। ਬਾਕੀ 3 ਮਹੀਨੇ ਨੂੰ ਪੱਕਣ 'ਚ ਲੱਗੇ ਨੇ। ਜਿਵੇਂ ਇੱਟ ਪਹਿਲਾਂ ਪਾਣੀ ਗਾਰਾ ਮਿਲਾ ਕੇ ਸੰਚੇ 'ਚ ਪਾ ਕੇ ਇੱਟ ਤਿਆਰ ਕਰਕੇ ਧੁੱਪ ਲਵਾ ਕੇ ਫਿਰ ਕੁਛ ਸਮਾਂ ਉਹਨੂੰ ਅੱਗੇ 'ਚ ਰੱਖਿਆ ਜਾਂਦਾ ਪੱਕਣ ਵਾਸਤੇ। ਇਸੇ ਤਰ੍ਹਾਂ ਇਹ ਸਰੀਰ ਨੂੰ 6 ਮਹੀਨੇ 'ਚ ਤਿਆਰ ਹੋਣ ਲੱਗੇ ਨੇ, 3 ਮਹੀਨੇ ਇਹਨੂੰ ਪੱਕਣ 'ਚ ਲੱਗੇ ਨੇ ਜਠਰਾਗਨ ਦੀ ਅੱਗ ਵਿੱਚ। 9 ਮਹੀਨੇ ਦਾ ਕੰਪਲੀਟ ਸਮਾਂ ਪੁੱਠੇ ਲਟਕਦਿਆਂ ਇਹਨੂੰ ਬਣਤਰ ਬਣਦਿਆਂ ਇੰਨਾ ਪ੍ਰੋਸੈਸ ਇਹਦਾ ਹੁੰਦਾ ਹੈ। ਫਿਰ ਉੱਥੇ ਵਾਹਿਗੁਰੂ ਪਰਮੇਸ਼ਰ ਕੁਦਰਤ ਦੀ ਕਲਾ ਇਹ ਵਰਤਦੀ ਹੈ ਕਿ ਬੱਚੇ ਨੂੰ ਇਹ ਗਿਆਨ ਨਹੀਂ ਹੁੰਦਾ ਮੈਂ ਕੌਣ ਹਾਂ, ਮੈਂ ਕਿੱਥੇ ਹਾਂ। ਕਿਉਂ? ਉਹਦੀ ਸੁਰਤ, ਉਹਦੀ ਲਿਵ ਬਿਰਤੀ ਬ੍ਰਹਮ ਦੇ ਨਾਲ ਲੀਨ ਹੁੰਦੀ ਹੈ। ਉਹਨੂੰ ਆਪਣੇ ਸਰੀਰ ਦਾ ਬੋਧ ਨਹੀਂ ਹੁੰਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਪਾਸ ਉਸ ਵੇਲੇ ਦੇ ਵੱਡੇ ਵੱਡੇ ਵੈਦ, ਹਕੀਮ, ਵਿਦਵਾਨ ਲੋਕ ਇਕੱਠੇ ਹੋ ਕੇ ਪਹੁੰਚੇ ਨੇ ਕਿ ਭਾਈ ਸਾਹਿਬ ਜੀ ਅਸੀਂ ਇੱਕ ਗੱਲ ਦੀ ਬੜੀ ਖੋਜ ਕੀਤੀ ਹੈ ਪਰ ਕਿਸੇ ਵੀ ਲਕਸ਼ 'ਤੇ ਪਹੁੰਚੇ ਨਹੀਂ। ਸਾਡੀ ਖੋਜ ਇਹ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਉਦੋਂ ਰੋਂਦਾ ਕਿਉਂ ਹੈ। ਇਹ ਖੋਜ ਅੱਜ ਤੱਕ ਕਿਸੇ ਡਾਕਟਰ ਨੇ ਨਹੀਂ ਕੀਤੀ, ਨਾ ਕਦੇ ਆਪਣੇ ਮਨ ਵਿੱਚ ਇਹ ਖਿਆਲ ਆਇਆ ਹੋਣਾ। ਫਿਰ ਉਹੀ ਬੱਚੇ ਰੋਂਦੇ ਹਨ ਜਿਹੜੇ ਤੰਦਰੁਸਤ ਹੁੰਦੇ ਨੇ। ਬਿਮਾਰ ਬੱਚਾ ਰੋਂਦਾ ਨਹੀਂ। ਰੋਣ ਦਾ ਕਾਰਨ ਕੀ ਹੈ? ਜੇ ਦੁਨੀਆ ਨੂੰ ਦੇਖਦੇ ਹਾਂ ਤੇ ਰੋਣ ਦਾ ਕਾਰਨ ਹੁੰਦਾ ਦੁੱਖ। ਜੇ ਕਿਸੇ ਬੰਦੇ ਨੂੰ ਤਕਲੀਫ, ਪਰੇਸ਼ਾਨੀ, ਦੁੱਖ, ਦਰਦ, ਬਿਮਾਰੀ ਹੋਵੇ ਤਾਂ ਉਹ ਬੰਦਾ ਰੋਂਦਾ ਹੈ। ਜੇ ਠੀਕ ਠਾਕ ਬੰਦਾ ਕਦੇ ਨਹੀਂ ਰੋਂਦਾ। ਤੰਦਰੁਸਤ ਬੱਚਾ ਜਨਮ ਲੈਂਦਿਆਂ ਸਾਰ ਹੀ ਰੋਂਦਾ, ਬਿਮਾਰ ਰੋਂਦਾ ਨਹੀਂ। ਇਹ ਕਾਰਨ ਕੀ ਹੈ? ਤੇ ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜੋ ਗੁਰੂ ਘਰ ਦੇ ਬਿਆਸ ਰਿਸ਼ੀ ਮੁਨੀ ਹਨ, ਉਹਨਾਂ ਨੇ ਸਮਝਾਉਣਾ ਕੀਤਾ ਹੈ ਕਿ ਮਹਾਂਪੁਰਸ਼ੋ, ਸਤ ਜਨੋ, ਤੁਸੀਂ ਜਿਹੜੀ ਖੋਜ ਕਰ ਰਹੇ ਹੋ ਇਹ ਸਰੀਰ ਤਲ ਦੇ ਆਧਾਰ 'ਤੇ ਹੈ। ਬੱਚੇ ਦੇ ਰੋਣ ਦਾ ਕਾਰਨ ਸਰੀਰ ਨਹੀਂ, ਇਹ ਖੋਜ ਮਨ ਦਾ ਵਿਸ਼ਾ ਹੈ। ਬੱਚੇ ਦੇ ਰੋਣ ਦਾ ਕਾਰਨ ਇਹ ਹੈ ਕਿ 9 ਮਹੀਨੇ ਜਦੋਂ ਪੁੱਠਾ ਲਟਕਿਆ ਸੀ ਪਰਮੇਸ਼ਰ ਦੇ ਵਿੱਚ ਉਹ ਲੀਨ ਸੀ, ਬ੍ਰਹਮ ਦੇ ਨਾਲ ਜੁੜਿਆ ਹੋਇਆ ਸੀ। ਜਨਮ ਲੈਂਦਿਆਂ ਸਾਰ ਹੀ ਜਦੋਂ ਬਾਹਰਲੀ ਮਾਇਆ ਉਹਨੂੰ ਲੱਗਦੀ ਹੈ ਉਦੋਂ ਉਹਦੇ ਕੋਲੋਂ ਉਹ ਸਿਮਰਨ
छुट जाता है। लिव छुड़की लगी तृष्णा, माया अमर वरताया। अमर दा अर्थ होंदा हुक्म। माया अपना हुक्म अपनी खेड वरताउंदी है। उस वेले ये जीव की बिरती रब तो टुट जाती है। तां बच्चा जन्म लैंदियां सार ही रोंदा है। भाई गुरदास साहब जी ने कृपा की है। रोवै रतन गवाए कै, माया मोह हनेर गुबारा। ओह रोवै दुख अपना, हस हस गावै सब परवारा। मन लो आपां बैठे हाँ ना, जे अपने जेब दे विच बेकीमती लखां करोड़ां रुपये दा हीरा होवे, वो हीरा किते रास्ते च डिग पवे, गवाच जावे, आपां की करांगे? रोवांगे, तड़फांगे, चीकां मारांगे, सिर दे वाल पटांगे, हालो बेहाल हो जावांगे कि इन्ना कीमती हीरा मेरा गवाच गया। वो हीरा परमेश्वर दा नाम, परमेश्वर दा सिमरन, वो याद बच्चे कोलों गवाच जाती है। वो रतन गवाच जाता है। रोवे रतन गवाए कै, फिर माया मोह हनेर गुबारा। माँ के गर्भ विच रोशनी होंदी है। संसार च जन्म लैंदियां सारी हनेर घुप घोर अज्ञानता दे विच आ जाता है। वो बच्चा जिहड़ा 9 महीने पुट्ठा लटकिया, ओंकार ओंकार दी धुन अलापदा सी। ओंकार ओंकार उचारण करदा करदा ओंकार किते छुट गया, भुल गया, उआं उआं दे विच तब्दील हो गई उहदी ये आवाज़। यही आवाज़ निकलदी ना बच्चे दी, रोन लग्या उआं उआं। ओंकार तो उआं तक सीमित रह गया। हौली हौली 2 4 6 महीने वो पवित्र रोना। वो ओंकार दी अद्धी उआं आवाज़ ये भी ये कोलों गवाच जाती है। हुण बंदा रोंदा इन्हां दा रोण दा तरीका, रोण दी आवाज़ भी बदल गई। उआं करके नहीं रोना। ओह रोवै दुख अपना, हस हस गावै सब परवारा। वो बच्चा अपने दुख नूं रोंदा है कि मैं किथे फस गया, किते हनेरे विच आ गया, ते परिवार खुशियां मनाउंदा है। वो रब तो टुट के संसार च आया ते परिवार खुशियां मनाउंदा कि बच्चा जन्मिया। हुण सतगुरु जी सानू ये गल समझाउंदे ने कि बंदिया अज तू ये शरीर लई बैठा है, शरीर तेरा सिद्धा है, पैर ठानू सिर तानू, ये सिद्धा शरीर आपां मनदे आ इहनूं। फिर बंदा इन्ना दुखी क्यों आ? माँ दे गर्भ च पुट्ठा लटकदा सी, उत्थे भी दुखी नहीं सी। जे अज आपां नूं कोई पुट्ठा लटका देवे 5 तो 6 मिनट नहीं चढ़दा, उसे वेले राम नाम सत हो जाता है। कारण अज आपां सिद्धे होंदे होए भी पुट्ठे हो गए हाँ, रब तो टुट गए हाँ, सिमरन याद बंदगी भुल गया ही, तां ये समुचा संसार दुखी है, परेशान है। वो 9 महीने भावें शरीर साडा पुट्ठा सी, पर बिरती सुरत सोच वो सिद्धी सी, रब दे नाल जुड़ी हुई सी। हुण शरीर भावें सिद्धे हो गए, बिरती साडी पुट्ठी हो गई, रब तो बेमुख हो गए। मन जड़े सीगे ये रब तो उल्ट हो गए। सो इस वास्ते अकाल पुरख वाहिगुरु परमेश्वर ने जे ये शरीर दिता है, शरीर दे बारे भगत कबीर साहिब जी सानू समझाउंदे ने। कबीर जैसी उपजी पेड़ ते, जो तैसी निभै ओड़,
हीरा किसका बापरा पुजै न रतन करोड़। कबीर साहब जी कहते ने बंदिया जैसी उपजी पेड़ ते जन्म लैण समय भी जिहड़ी तेरी अवस्था सी उहां भावें अद्धा सिमरन अद्धा अखर तेरे कोल रह गया सीगा, ओंकार तो उहां च तब्दील हो गया। जो तैसी निभै ओड़ ओही सुरत ओही सिमरन ओही याद ओही बंदगी ओही एकाग्रता जे अखीर सवास तक तेरी इवें निभ जाती, जे इवें ही तू सिमरन विच जुड़िया रहिंदा अखीर तक, ते हीरा किसका बापड़ा पुजे ना रतन करोड़। हीरे तक करोड़ा रतन भी तेरे बराबर नहीं पुज सकते। तां सतगुरां ने कृपा कीती है। हीरे जैसा जन्म है कौडी बदले जाए। ये हीरे वर्गा जन्म रत्ना वर्गा जन्म मनुख इनू विषय विकारां दे विच धंधियां दे विच मोह माया दे विच पै के कौडियां दे भाग गवारिया। ये है साडा परम प्रयोजन। प्रयोजन तो यही है कि दुनिया नू परिवार नू समाज नू देश नू इलाके नू साफ सुथरा रखना, वातावरण स्वच्छ रखना है, शरीर नू स्वच्छ रखना है। ये साडा प्रयोजन है। दुनिया विच आउण दा परम प्रयोजन साडा ये है वाहिगुरू परमेश्वर दे नाल जुड़ के इस मनुखा जन्म नू इस वारी नू सफल कर लेना।